का खालसा वाहिगुरू जी की फतेह। असी किते भुल ना जाइए महापुरुषों की कुर्बानी नूं। अंदोलन के तहत पंजवीं पातशाही श्री गुरु अर्जन देव जी महाराज उन्होंने शहीदी ਅਤੇ संकल्प ਨੂੰ समर्पित BSP सपोर्टर्स वर्ल्ड वाइड BSP सपोर्टर्स ਵੱਲੋਂ जो अंदोलन करवाया जा रहा है, सतगुरु पातशाह जी ने महान किरपा की है इन्हां वीरां ते ਅਤੇ इन्हां ने बहुत ही ये चंगा शलाघायोग कदम चुकिया है। असी भी सारे इस शहीदी पुरब ਨੂੰ समर्पित इस अंदोलन ਵਿੱਚ इस समागम में शामिल होकर धन गुरु अर्जन पातशाह जी महाराज जी के शहीदी पुरब ਨੂੰ मनाइए। सतगुरु जी की बाणी नाल आपां हुण सारिਆਂ ने जुड़ना। सब तो पहला शब्द आपां सारे सरवण करिए धन गुरु अर्जन पातशाह जी के संबंध में। आओ सारे शब्द नाल जुड़न की कोशिश करो जी।
ਸ਼ਬਦ ਨਾਲ ਜੁੜੀਏ ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ। ਭਾਈ ਸਾਹਿਬ ਭਾਈ ਦਿਰਬਲ ਸਿੰਘ ਜੀ ਜੋ ਦਾਸ ਦੇ ਵੱਡੇ ਭਰਾਤਾ ਜੀ ਸਨ, ਉਹਨਾਂ ਦੀ ਰਸਨਾ ਤੋਂ ਗਾਇਆ ਹੋਇਆ ਇਹ ਸ਼ਬਦ ਆਪ ਜੀ ਸਰਵਣ ਕਰੋ। ਇਹ ਸ਼ਬਦ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜ੍ਹਿਆ ਹੋਇਆ ਸੀ ਔਰ ਸਾਰਿਆਂ ਨੇ ਹੀ ਹਮੇਸ਼ਾ ਹੀ ਇਹ ਸ਼ਬਦ ਸਰਵਣ ਕਰਕੇ ਬਹੁਤ ਹੀ ਆਨੰਦ ਲਿਆ। ਅੱਜ ਵੀ ਇਹ ਸ਼ਬਦ ਜਦੋਂ ਅਸੀਂ ਸਰਵਣ ਕਰਦੇ ਹਾਂ ਤੇ ਭਾਈ ਸਾਹਿਬ ਦੀਆਂ ਯਾਦਾਂ ਨਾਲ ਇਹ ਜੁੜਿਆ ਸ਼ਬਦ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਉਹ ਹਮੇਸ਼ਾ ਸਾਡੇ ਸਾਹਮਣੇ ਆ ਜਾਂਦੇ ਹਨ। ਆਓ ਸਾਰੇ ਪਿਆਰ ਨਾਲ ਸ਼ਬਦ ਸਰਵਣ ਕਰੀਏ ਜੀ। ਬਾਬੇ ਦੀ ਅੰਮ੍ਰਿਤ ਵੇਲੇ ਬੋਲਿਆ।
ਉਹਨਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮੂਹ ਸੰਗਤਾਂ ਅਤੇ ਸਰਦਾਰ ਜਸਵੀਰ ਸਿੰਘ ਗੜੀ ਸੂਬਾ ਬਸਪਾ ਪ੍ਰਧਾਨ ਪੰਜਾਬ ਉਹਨਾਂ ਦੇ ਸਹਿਯੋਗ ਸਦਕਾ ਅਤੇ ਵਰਲਡ ਵਾਈਡ BSP ਸਪੋਰਟਰਸ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੋ ਸ਼ਹੀਦੀ ਪੁਰਬ ਨੂੰ ਇਹ ਸਮਰਪਿਤ ਪ੍ਰੋਗਰਾਮ ਉਲੀਕਿਆ ਗਿਆ ਹੈ। ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਇਸ ਸੰਸਥਾ ਵੱਲੋਂ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਨੂੰ 30 ਮਈ 1606 ਦੇ ਵਿੱਚ ਸ਼ਹੀਦ ਕੀਤਾ ਗਿਆ। 22 ਮਈ ਨੂੰ ਅੰਮ੍ਰਿਤਸਰ ਦੀ ਧਰਤੀ ਤੋਂ ਸਤਿਗੁਰੂ ਪਾਤਸ਼ਾਹ ਜੀ ਨੂੰ ਲਾਹੌਰ ਲਿਜਾਇਆ ਗਿਆ। ਸਾਧ ਸੰਗਤ ਜੀ, ਅੱਜ ਅਸੀਂ ਇਹ ਪੁਰਬ ਮਨਾ ਰਹੇ ਹਾਂ। ਪਹਿਲਾਂ ਸਾਡੇ ਪੁਰਖੇ ਮਨਾਉਂਦੇ ਸਨ ਅਤੇ ਗੁਰਸਿੱਖ ਸੰਗਤਾਂ ਮਨਾਉਂਦੀਆਂ ਰਹਿਣਗੀਆਂ। ਆਉਣ ਵਾਲੇ ਸਮਿਆਂ ਦੇ ਵਿੱਚ ਵੀ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ 35 ਮਹਾਂਪੁਰਸ਼ਾਂ ਦੇ ਜੋ ਇਹ ਸਮਾਗਮ ਨੇ, ਧਾਰਮਿਕ ਸਮਾਗਮ, ਇਹ ਸੰਗਤਾਂ ਸਾਡੀਆਂ ਮਨਾਉਂਦੀਆਂ ਰਹਿਣਗੀਆਂ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਸ ਮਹਾਨ ਸ਼ਹੀਦੀ ਪੁਰਬ ਤੋਂ ਅਸੀਂ ਕੀ ਪ੍ਰਾਪਤ ਕੀਤਾ ਹੈ, ਸਾਨੂੰ ਸਿੱਖਿਆ ਕੀ ਮਿਲ ਰਹੀ ਹੈ, ਜਾਂ ਇੰਝ ਕਹਿ ਲਓ ਕਿ ਅਸੀਂ ਇਸ ਮਹਾਨ ਪੁਰਬ ਤੋਂ ਸਿੱਖਿਆ ਕੀ ਲੈ ਰਹੇ ਹਾਂ, ਅਸੀਂ ਆਪਣੇ ਜੀਵਨ ਵਿੱਚ ਕੀ ਵਿਕਾਸ ਕੀਤਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਧੰਨ ਗੁਰੂ ਅਰਜਨ ਸਾਹਿਬ ਦੀ ਕੁਰਬਾਨੀ ਹੋਈ। ਕਈ ਵਾਰ ਸਾਡੇ ਇਤਿਹਾਸਕਾਰਾਂ ਵੱਲੋਂ ਮਲਗੂਬਾ ਕੀਤਾ ਜਾਂਦਾ ਹੈ। ਜਿਹੜੀ ਕ੍ਰਾਂਤੀਕਾਰੀ ਵਿਚਾਰਧਾਰਾ ਹੈ, ਇਸ ਨੂੰ ਇੱਕ ਪਰਿਵਾਰ ਦੇ ਵਿੱਚ ਲਿਆ ਕੇ ਖੜਾ ਕੀਤਾ ਜਾਂਦਾ ਹੈ। ਕਈ ਵਾਰ ਸਾਡੇ ਧਾਰਮਿਕ ਆਗੂ, ਧਾਰਮਿਕ ਸਟੇਜਾਂ ਤੋਂ ਵੀ ਬੋਲਿਆ ਜਾਂਦਾ ਹੈ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਸੀ ਲਿਆ, ਇਸ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਘਰ ਦੀ ਲੜਾਈ ਕਰਕੇ ਹੀ ਤਤੀਆਂ ਤਵੀਆਂ ਤੇ ਬਿਠਾ ਦਿੱਤਾ। ਇੱਕ ਘਰੇਲੂ ਜੀ ਲੜਾਈ ਬਣਾ ਕੇ ਅਸੀਂ ਪੇਸ਼ ਕਰ ਦਿੱਤੀ। ਪਰ ਨਹੀਂ, ਇਸ ਦਾ ਅਰਥ ਕੇਵਲ ਘਰ ਦੀ ਲੜਾਈ ਕਰਕੇ ਹੀ ਹੈ, ਨਹੀਂ, ਇਸ ਤਰ੍ਹਾਂ ਨਹੀਂ ਹੈ। ਸਾਧ ਸੰਗਤ ਜੀ, ਗੁਰੂ ਅਰਜਨ ਸਾਹਿਬ ਜੀ ਨੂੰ ਤਾਂ ਅਸੀਂ ਇਸ ਗੱਲ ਨਾਲ ਤੋਲ ਦੇਵਾਂਗੇ, ਪਰ ਦੱਸੋ, ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ ਪਰਿਵਾਰ ਦੇ ਸਾਰੇ ਪਰਿਵਾਰ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਕੁਰਬਾਨ ਕਰ ਦਿੱਤਾ। ਦੇਸ਼ ਵਾਸਤੇ, ਕੌਮ ਵਾਸਤੇ, ਸੰਸਾਰ ਦੇ ਭਲੇ ਲਈ ਕੁਰਬਾਨ ਕਰ ਦਿੱਤਾ, ਜ਼ੁਲਮ ਦੇ ਟਾਕਰੇ ਲਈ ਕੁਰਬਾਨ ਕਰ ਦਿੱਤਾ। ਤੇ ਫਿਰ ਉਹਨਾਂ ਨੂੰ ਅਸੀਂ ਕੀ ਕਵਾਂਗੇ ਕਿ ਉਹ ਇੱਕ ਆਪਣੇ ਪਰਿਵਾਰ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਜਾਂ ਪਰਿਵਾਰ ਦੀਆਂ ਲੋੜਾਂ ਕਰਕੇ? ਨਹੀਂ, ਇਹ ਤਾਂ ਸਾਧ ਸੰਗਤ ਜੀ ਇੱਕ ਸੱਚ ਤੇ ਝੂਠ ਦੀ ਲੜਾਈ ਦਾ ਮੁਕਾਬਲਾ ਸੀ। ਕਿਉਂਕਿ ਇਸ ਗੱਲ ਤੋਂ ਅਸੀਂ ਇਹ ਫੈਸਲਾ ਲੈਣਾ ਹੈ ਕਿ ਸਾਡੀ ਇੱਕ ਤਰਾਸਦੀ ਹੈ ਕਿ ਅਸੀਂ ਨਾ ਆਪਣਾ ਇਤਿਹਾਸ ਪੜ੍ਹਿਆ ਹੈ, ਨਾ ਹੀ ਬਾਣੀ ਪੜ੍ਹੀ ਹੈ। ਜੋ ਕੁਝ ਅਸੀਂ ਸੁਣਿਆ ਸੁਣਾਇਆ, ਉਹ ਸੁਣ ਕੇ ਆਪਣੇ ਜੀਵਨ ਦੇ ਵਿੱਚ ਹੰਢਾ ਛੱਡਿਆ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਿਸ ਗੁਰੂ ਅਰਜਨ ਸਾਹਿਬ ਜੀ ਦੀ ਕੁਰਬਾਨੀ ਇਤਨੀ ਬੇਮਿਸਾਲ ਹੈ, ਦੁਨੀਆ ਦੇ ਵਿੱਚ ਇਸ ਵਰਗੀ ਕੁਰਬਾਨੀ, ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਕੁਰਬਾਨੀ ਵਰਗੀ ਕੋਈ ਮਿਸਾਲ ਨਹੀਂ ਮਿਲਦੀ। ਪਿਆਰਿਓ, ਗੁਰੂ ਸਾਹਿਬ ਜੀ ਦਾ ਜੀਵਨ ਬੜਾ ਬੇਮਿਸਾਲ ਹੈ। ਲਾਹੌਰ ਦਾ ਸਾਕਾ ਪੜ੍ਹ ਲਵੋ। ਜਿਸ ਵਕਤ ਲਾਹੌਰ ਵਿੱਚ ਕਾਲ ਪੈ ਗਿਆ, ਸੱਚੇ ਪਾਤਸ਼ਾਹ ਜੀ ਨੇ ਸਾਰੇ ਗੁਰਸਿੱਖਾਂ ਦੀ ਦਸਵੰਧ ਦੀ ਕਮਾਈ ਲਾਹੌਰ ਦੇ ਵਿੱਚ ਭੇਜ ਦਿੱਤੀ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਹੁਤ ਜ਼ਰੂਰੀ ਸਮਝਿਆ ਕਿ ਗੁਰਦੁਆਰੇ ਬਣਾਉਣੇ ਮੁਬਾਰਕ ਨੇ, ਗੁਰਦੁਆਰਿਆਂ ਦੀ ਲੋੜ ਹੈ, ਮਾਰਬਲ ਲੱਗਣੇ ਚਾਹੀਦੇ ਹਨ, ਪਰ ਗੁਰਦੁਆਰਿਆਂ ਨਾਲੋਂ ਬਹੁਤ ਜ਼ਰੂਰੀ ਹੈ ਮਾਨਵਤਾ ਦੀ ਸੇਵਾ ਕਰਨਾ। ਲਾਹੌਰ ਵਿਖੇ ਜਦੋਂ ਕਾਲ ਪੈ ਗਿਆ
ਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਭਾਈ ਜਿੰਨੀ ਦਸਵੰਧ ਦੀ ਕਮਾਈ ਹੈ ਉਹ ਸਾਰੀ ਲਾਹੌਰ ਵਿਖੇ ਲੈ ਕੇ ਜਾਓ। ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਕੁਝ ਸਿੱਖਾਂ ਨੇ ਸਵਾਲ ਕੀਤਾ ਕਿ ਸਤਿਗੁਰੂ ਪਾਤਸ਼ਾਹ ਜੀ, ਜੇਕਰ ਇਹ ਦਸਵੰਧ ਦੀ ਸੇਵਾ ਲਾਹੌਰ ਵਿੱਚ ਲੈ ਕੇ ਚਲੇ ਗਏ ਜਾਂ ਉੱਥੇ ਅਸੀਂ ਲਗਾ ਦਿੱਤੀ, ਕਿਉਂਕਿ ਉਸ ਸਮੇਂ ਦਰਬਾਰ ਸਾਹਿਬ ਸੰਤੋਖ ਸਰ ਸਰੋਵਰ ਦੀ ਸੇਵਾ ਚੱਲ ਰਹੀ ਸੀ, ਕਾਰ ਸੇਵਾ ਚੱਲ ਰਹੀ ਸੀ, ਤੇ ਇਸ ਕਰਕੇ ਕੁਝ ਗੁਰਸਿੱਖਾਂ ਨੇ ਇਸ ਤਰੀਕੇ ਨਾਲ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਉਹ ਪੈਸਾ ਇੱਥੇ ਫਿਰ ਸਾਡੀ ਸੇਵਾ ਰੁਕ ਜਾਵੇਗੀ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਨਹੀਂ ਭਾਈ, ਇਸ ਤਰ੍ਹਾਂ ਨਹੀਂ, ਜਿਹੜੀ ਅਸੀਂ ਇੱਥੇ ਸੇਵਾ ਕਰਵਾ ਰਹੇ ਹਾਂ ਉਹ ਵੀ ਗੁਰਸਿੱਖ ਸੰਗਤਾਂ ਦੀ ਦਸਵੰਧ ਦੀ ਕਮਾਈ ਹੈ। ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਸੇਵਾ ਤਾਂ ਚੱਲਦੀ ਰਹੇਗੀ, ਪਰ ਜਿਹੜੇ ਉੱਥੇ ਲੋਕ ਇਸ ਵਕਤ ਭੁੱਖ ਨਾਲ ਮਰ ਰਹੇ ਨੇ, ਬਿਮਾਰੀ ਨਾਲ ਮਰ ਰਹੇ ਨੇ, ਉਹਨਾਂ ਦੀ ਸੇਵਾ ਕਰਨੀ ਮਾਨਵਤਾ ਦੀ ਸੇਵਾ ਸਭ ਤੋਂ ਉੱਚੀ ਤੇ ਸੁੱਚੀ ਸੇਵਾ ਹੈ। ਗੁਰਦੁਆਰੇ ਬਣਦੇ ਰਹਿਣਗੇ, ਸਰੋਵਰ ਬਣਦੇ ਰਹਿਣਗੇ, ਇਹ ਸੇਵਾਵਾਂ ਚੱਲਦੀਆਂ ਰਹਿਣਗੀਆਂ। ਪਰ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਕ੍ਰਾਂਤੀਕਾਰੀ ਜੋ ਬਚਨ ਸੀਗੇ ਉਹ ਸੰਗਤਾਂ ਨੂੰ ਸਮਝਾਏ ਕਿ ਭਾਈ, ਜੇ ਇਹ ਸਰੀਰ ਦਾ ਹਰਮੰਦਰ ਹੀ ਨਾ ਰਿਹਾ ਤਾਂ ਉਹਨਾਂ ਸਰੋਵਰਾਂ ਨੂੰ, ਉਹਨਾਂ ਗੁਰਦੁਆਰਿਆਂ ਨੂੰ ਜੋ ਅਸੀਂ ਇੱਟਾਂ ਲਗਾਵਾਂਗੇ ਜਾਂ ਗੁਰਦੁਆਰੇ ਤਿਆਰ ਕਰਾਵਾਂਗੇ, ਉੱਥੇ ਕਿਹੜੀਆਂ ਸਿੱਖ ਸੰਗਤਾਂ ਆਉਣਗੀਆਂ? ਜੇ ਲੋਕ ਹੀ ਨਾ ਰਹੇ, ਜੇ ਮਨੁੱਖ ਹੀ ਨਾ ਰਿਹਾ, ਜੇ ਮਾਨਵਤਾ ਹੀ ਨਹੀਂ ਰਹੀ, ਤੇ ਫਿਰ ਉੱਥੇ ਸੇਵਾ ਕਰਨ ਵਾਸਤੇ ਕੌਣ ਆਵੇਗਾ? ਇਹ ਗੁਰੂ ਸਾਹਿਬ ਜੀ ਦੇ ਇਤਨੇ ਅੱਛੇ ਵਿਚਾਰ ਸਨ। ਗੁਰੂ ਸਾਹਿਬ ਨੇ ਉੱਥੇ ਲਾਹੌਰ ਦੇ ਵਿੱਚ ਜਿਹੜੇ ਹਿੰਦੂ ਵੀਰ ਮਰੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਜਿਹੜੇ ਮੁਸਲਮਾਨ ਵੀਰ ਮਰੇ ਉਹਨਾਂ ਨੂੰ ਦਫਨਾਇਆ ਗਿਆ। ਜਿਨ੍ਹਾਂ ਦੇ ਘਰ ਢੱਠ ਗਏ ਉਹਨਾਂ ਦੇ ਘਰਾਂ ਦੀ ਸੇਵਾ ਕੀਤੀ ਗਈ। ਜਿਨ੍ਹਾਂ ਨੂੰ ਬਿਮਾਰੀ ਵਾਸਤੇ ਇਲਾਜ ਦੀ ਲੋੜ ਸੀ ਉਹਨਾਂ ਦਾ ਇਲਾਜ ਕਰਵਾਇਆ ਗਿਆ। ਇਸ ਤਰ੍ਹਾਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਮਹਾਨ ਸੇਵਾਵਾਂ ਕੀਤੀਆਂ, ਤੇ ਸਭ ਤੋਂ ਵੱਡੀ ਸੇਵਾ ਜੋ ਸਾਰੇ ਸੰਸਾਰ ਦੇ ਜੀਵਾਂ ਵਾਸਤੇ, ਗੁਰਸਿੱਖਾਂ ਵਾਸਤੇ, ਗੁਰਸਿੱਖ ਸੰਗਤਾਂ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਾਡੇ ਤੇ ਕਰਕੇ ਗਏ। ਮੈਂ ਕਹਿੰਦਾ ਇਸ ਤੋਂ ਵੱਡੀ ਬਖਸ਼ਿਸ਼ ਹੋਰ ਕੋਈ ਹੋ ਨਹੀਂ ਸਕਦੀ। ਜਿਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਗੁਰਸਿੱਖ ਆਪਣੇ ਮਨਾਂ ਨੂੰ ਸ਼ਾਂਤੀ ਦਿੰਦੇ ਹਨ, ਸ਼ਾਂਤੀ ਲੈਂਦੇ ਹਨ ਅਤੇ ਆਤਮਿਕ ਜੀਵਨ ਜਿਉਣ ਦਾ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਤੋਂ ਸਿੱਖਿਆ ਪ੍ਰਾਪਤ ਕਰਦੇ ਨੇ। ਐਸੀ ਬਾਣੀ ਸਤਿਗੁਰੂ ਪਾਤਸ਼ਾਹ ਜੀ ਨੇ ਰਚੀ, ਜਿਹਦੇ ਵਿੱਚ ਗੁਰੂ ਪਿਆਰਿਓ 35 ਮਹਾਂਪੁਰਸ਼ਾਂ ਦੀ ਬਾਣੀ ਵੀ ਦਰਜ ਕੀਤੀ। ਇੱਥੋਂ ਇਹ ਸਬੂਤ ਮਿਲਦਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਜਾਤ ਪਾਤ ਧਰਮ ਕਿਸੇ ਦੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ। ਇਲਾਵਾ ਅੱਜ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਪਦਮ ਸ਼੍ਰੀ ਰਾਗੀ ਜੋ ਦਾਸ ਦੇ ਵੱਡੇ ਭਰਾਤਾ ਜੀ ਹਨ, ਪਿਛਲੇ ਸਮੇਂ ਦੇ ਵਿੱਚ ਗੁਰੂ ਦੇ ਹੁਕਮ ਅਨੁਸਾਰ ਉਹ ਇਸ ਸੰਸਾਰ ਦੀ ਯਾਤਰਾ ਪੂਰੀ ਕਰਕੇ ਚਲੇ ਗਏ। ਉਹਨਾਂ ਦਾ ਸਦਮਾ ਪੂਰੇ ਸਮੁੱਚੇ ਸੰਸਾਰ ਨੂੰ ਹੈ। ਸੰਸਾਰ ਦੇ ਵਿੱਚ ਜਿੰਨੇ ਵੀ ਸੰਗਤਾਂ ਉਹਨਾਂ ਨੂੰ ਪਿਆਰ ਕਰਦੀਆਂ ਸਨ, ਉਹਨਾਂ ਦੇ ਕੀਰਤਨ ਨੂੰ ਪਿਆਰ ਕਰਦੀਆਂ ਸਨ, ਸਭ ਉਹਨਾਂ ਨੂੰ ਯਾਦ ਕਰ ਰਹੀਆਂ ਹਨ ਤੇ ਕਰਦੀਆਂ ਰਹਿਣਗੀਆਂ। ਭਾਈ ਸਾਹਿਬ ਜੀ ਵਿੱਚ ਜਿੱਥੇ ਇਹ ਗੁਣ ਸਨ ਕਿ ਉਹ ਗੁਰੂ ਦਾ ਕੀਰਤਨ ਤਾਂ ਬਹੁਤ ਸੁਰੀਲਾ ਮਿੱਠਾ ਕਰਦੇ ਹੀ ਸਨ, ਨਾਲ ਦੀ ਨਾਲ ਉਹ ਬਹੁਤ ਵੱਡੇ ਇੱਕ ਵਿਦਵਾਨ ਵੀ ਸਨ ਜੋ ਸਿੱਖ ਇਤਿਹਾਸ ਬਾਰੇ, ਸੰਗੀਤ ਬਾਰੇ ਉਹਨਾਂ ਨੇ ਬਹੁਤ ਕਿਤਾਬਾਂ ਵੀ ਲਿਖੀਆਂ, ਜੋ ਕਿ ਯੂਨੀਵਰਸਿਟੀ ਦੇ ਵਿੱਚ ਵੀ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਅੱਜ ਪ੍ਰਕਾਸ਼ਿਤ ਹੋ ਕੇ ਤੇ ਚੱਲ ਰਹੀਆਂ ਨੇ। ਉਹਨਾਂ ਦੇ ਕਿਤਾਬਾਂ ਤੋਂ, ਉਹਨਾਂ ਦੇ ਬੁੱਕਸ ਨੂੰ ਪੜ੍ਹ ਕੇ ਵਿਦਿਆਰਥੀਆਂ ਨੇ PhD ਵੀ ਕੀਤੀ ਹੈ ਅਤੇ ਕਰ ਰਹੇ ਨੇ। ਮੈਂ ਸਮੂਹ ਸੰਗਤਾਂ ਤੋਂ ਮਾਫੀ ਚਾਹੁੰਦਾ ਹਾਂ, ਕੋਈ ਲਫ਼ਜ਼ ਵੱਧ ਘੱਟ ਕਿਹਾ ਗਿਆ ਹੋਵੇ, ਮੈਂ ਸਾਰਿਆਂ ਕੋਲੋਂ ਮਾਫੀ ਮੰਗਦਾ ਹਾਂ ਜੀ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਇਹ ਸਮਰਪਿਤ ਜੋ ਦਿਹਾੜਾ ਮਨਾਇਆ ਜਾ ਰਿਹਾ ਹੈ, ਇਹਨਾਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਪਿਆਰ ਨਾਲ ਗੁਰਫਤਿਹ ਪ੍ਰਵਾਨ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ